आओ जी शुरू करते हैं। तो पहला जो सवाल है दर्शन सिंह जी का, ये है गुरगद्दी पुरब और प्रकाश पुरब बारे। मैं बेनती करते हैं कि जिथे धन गुरु नानक पातशाह जी ने ये जो नानक निर्मल पंथ चलाया, जिहदियां बहुत खासीयत और सारा संसार जिहड़ा भी सिखिज्म ਨੂੰ स्टडी करता है, गुरु ग्रंथ साहब जी ਨੂੰ स्टडी करता है, वो ये कहण तो नहीं रुकदा भी ये सब तो वधिया धर्म है। जिथे सब तो लेटेस्ट है उत्थे सब तो वधिया धर्म है। मैं इस करके नहीं कह रहा कि मैं एक सिख हाँ, ये मैं बेनती की है भी ਜਿਹੜੇ ਅਨਮਤੀ ਹੈ ਵੀ ਇਸ ਨੂੰ ਪੜ੍ਹਦੇ ਨੇ, ਸਮਝਦੇ ਨੇ, ਉਹਨਾਂ ਸਾਰਿਆਂ ਨੂੰ ਇਹ ਕਹਿਣਾ ਪੈਂਦਾ ਵੀ ਇਹ ਮਤ ਬਹੁਤ ਵਧੀਆ। ਪਰ ਸਾਡੀ ਆਪਣੀ ਜੋ ਸਾਡੀ ਕਮਿਊਨਿਟੀ ਹੈ ਉਹਦੇ ਵਿੱਚ ਮੈਨੂੰ ਖਿਮਾ ਕਰਨਾ ਬਹੁਤ ਸਾਰੀਆਂ ਕਮਜ਼ੋਰੀਆਂ ਨੇ, ਜਿਸ ਕਰਕੇ ਸਾਡੀਆਂ ਕਈ ਗੱਲਾਂ ਜਿਹੜੀਆਂ ਨੇ ਉਹ ਠੀਕ ਨਹੀਂ। ਕਹਿਣ ਤੋਂ ਭਾਵ ਇਹ ਹੈ ਕਿ ਅੱਜ ਤੱਕ ਅਸੀਂ ਇਹ ਨਹੀਂ ਫੈਸਲਾ ਕਰ ਸਕੇ ਕਿ ਗੁਰਪੁਰਬਾਂ ਦੀਆਂ ਤਰੀਕਾਂ ਕਿਹੜੀਆਂ ਨੇ। ਜੇਕਰ ਕਿਸੇ ਨੇ ਕੋਸ਼ਿਸ਼ ਕੀਤੀ ਵੀ ਤਾਂ ਉਹ ਨਾਨਕਸ਼ਾਹੀ ਕੈਲੰਡਰ ਬਣਿਆ ਵੀ 4 ਸਾਲ ਲਾਗੂ ਵੀ ਰਿਹਾ, ਉਸ ਤੋਂ ਬਾਅਦ ਰਿਹਾ ਉਹ ਫਿਰ ਮਤਲਬ ਵੀ ਉਹਦਾ ਨਾਮ ਬੇਸ਼ੱਕ ਨਾਨਕਸ਼ਾਹੀ ਕੈਲੰਡਰ ਹੈ, ਪਰ ਅੱਜ ਦੀ ਤਰੀਕ 'ਚ ਵੀ ਆਪਾਂ ਦੇਖਦੇ ਹਾਂ ਬਈ ਗੁਰਪੁਰਬਾਂ, ਬਹੁਤ ਸਾਰੇ ਗੁਰਪੁਰਬ ਜਿਹੜੇ ਨੇ ਉਹਨਾਂ ਦੀਆਂ 2-2 ਤਰੀਕਾਂ ਸਾਹਮਣੇ ਆਉਂਦੀਆਂ। ਇਹ ਚੰਗੀ ਗੱਲ ਨਹੀਂ ਹੈ। ਸਾਰੀ ਸਿੱਖ ਕੌਮ ਨੂੰ ਇਕਜੁੱਟ ਹੋਣਾ ਚਾਹੀਦਾ ਹੈ, ਇੱਕ ਪੰਥ ਪ੍ਰਵਾਨਿਤ ਰਹਿਤ ਮਰਿਆਦਾ ਦੇ ਝੰਡੇ ਥੱਲੇ, ਔਰ ਇੱਕ ਨਿਸ਼ਾਨ ਔਰ ਇੱਕ ਹੀ ਸਾਡਾ ਮਿਸ਼ਨ ਹੋਣਾ ਚਾਹੀਦਾ। ਤੋ ਇਹ ਬੜੀਆਂ ਹੈ ਤਾਂ ਗੱਲਾਂ ਛੋਟੀਆਂ ਨੇ, ਪਰ ਬੜੀਆਂ ਵੱਡੀਆਂ ਬਣ ਗਈਆਂ ਜਿਹੜੀਆਂ ਗੁਰਪੁਰਬਾਂ ਦੀਆਂ ਤਰੀਕਾਂ, ਜਿਸ ਕਰਕੇ ਸਾਨੂੰ ਪਤਾ ਹੀ ਨਹੀਂ ਹੁੰਦਾ ਵੀ ਸਾਡਾ ਗੁਰਪੁਰਬ ਕਿਹੜੀ ਤਰੀਕ ਆ ਰਿਹਾ। ਚੰਗਾ ਹੋਵੇ ਸਤਿਗੁਰੂ ਕਿਰਪਾ ਕਰਨ ਵੀ ਸਾਰੀ ਕੌਮ ਇਕਜੁੱਟ ਹੋ ਕੇ ਫੈਸਲਾ ਕਰ ਲਵੇ, ਔਰ ਜਿਤਨੇ ਵੀ ਗੁਰਪੁਰਬ ਨੇ ਉਹਨਾਂ ਦੀਆਂ ਤਰੀਕਾਂ ਨਿਸ਼ਚਿਤ ਹੋਣ ਤੇ ਸਾਨੂੰ ਪਤਾ ਹੋਣ। ਹਾਲਾਂਕਿ ਜਿਹੜੇ ਅਨਮਤੀਆਂ ਦੇ ਪੁਰਬ ਨੇ ਉਹਨਾਂ ਬਾਰੇ ਤੇ ਸਾਡੇ ਬੱਚਿਆਂ ਨੂੰ ਸਭ ਕੁਝ ਪਤਾ, ਪਰ ਆਪਣੇ ਪੁਰਬਾਂ ਬਾਰੇ ਸਾਨੂੰ ਆਪ ਨਹੀਂ ਪਤਾ ਤੇ ਬੱਚਿਆਂ ਨੂੰ ਕੀ ਦੱਸੀਏ ਵੀ ਕਿਹੜਾ ਗੁਰਪੁਰਬ ਕਿਸ ਤਰੀਕ ਆ ਰਿਹਾ। ਤੋ ਖੈਰ ਇਹ ਵਿਸ਼ਾ ਜਿਹੜਾ ਹੈ ਇਹ ਵਿਚਾਰ ਮੰਗਦਾ, ਔਰ ਇਸੇ ਵਿਸ਼ੇ ਨਾਲ ਸੰਬੰਧਿਤ ਥੋੜਾ ਜਿਹਾ ਇੱਕ ਇਹ ਸਵਾਲ ਹੈਗਾ। ਤੋ ਸਵਾਲ ਹੈ ਗਿਆਨੀ, ਜਿਸ ਤਰ੍ਹਾਂ ਮੈਂ ਬੇਨਤੀ ਕੀਤੀ ਸਰ ਦਰਸ਼ਨ ਸਿੰਘ ਜੀ ਵੱਲੋਂ, ਬਈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾਂਦਾ, ਔਰ ਜਿਹੜੇ ਦੂਸਰੇ ਗੁਰੂ ਸਾਹਿਬਾਨ ਤੋਂ 10ਵੇਂ ਗੁਰੂ ਸਾਹਿਬਾਨ ਨੇ ਉਹਨਾਂ ਨੇ ਇਹ ਪੁੱਛਿਆ ਵੀ ਕਿਆ ਉਹਨਾਂ ਦਾ ਪ੍ਰਕਾਸ਼ ਪੁਰਬ ਮਨਾਉਣਾ ਚਾਹੀਦਾ ਜਾਂ ਗੁਰਗੱਦੀ ਪੁਰਬ ਮਨਾਉਣਾ ਚਾਹੀਦਾ। ਇਹਦੇ ਬਾਰੇ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਅਨੰਦਪੁਰ ਸਾਹਿਬ ਵਾਲੇ ਕਿਰਪਾ ਕਰਕੇ ਵਿਚਾਰ ਰੱਖਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਵਾਜ਼ ਠੀਕ ਠਾਕ ਹੈ ਜੀ? ਹਾਂਜੀ ਠੀਕ ਹੈ। ਵੀਰ ਦਰਸ਼ਨ ਸਿੰਘ ਜੀ ਵੱਲੋਂ ਇਹ ਸਵਾਲ ਬਹੁਤ ਪਹਿਲਾਂ ਕੀਤਾ ਗਿਆ ਸੀ, ਲਗਭਗ ਮਾਰਚ ਦੇ ਪਹਿਲੇ ਹਫ਼ਤੇ ਸ਼ਾਇਦ। ਮੇਰਾ ਜਦੋਂ ਆਪਣੀ ਡਾਇਰੀ ਫਰੋਲੀ ਉਹਦੇ ਵਿੱਚ ਪਹਿਲੇ ਦਿਨਾਂ 'ਚ ਹੀ ਇਹ ਸਵਾਲ ਆ ਗਿਆ ਸੀ, ਪਰ ਕੋਈ ਨਜ਼ਰਅੰਦਾਜ਼ ਇਸ ਢੰਗ ਨਾਲ ਹੋ ਗਿਆ, ਕਿਵੇਂ ਹੋ ਗਿਆ, ਇਸ ਗੱਲ ਦੀ ਖਿਮਾ ਚਾਹੁੰਦੇ ਹੋਏ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹਨਾਂ ਦਾ ਸਵਾਲ ਜਿਸ ਤਰ੍ਹਾਂ ਵੀਰ ਜੀ ਨੇ ਦੱਸ ਦਿੱਤਾ ਹੈ, 2 ਹਿੱਸੇ ਦੇ ਬਣਦੇ ਨੇ। ਦੂਜੇ ਹਿੱਸੇ ਵਿੱਚ ਇਹਨਾਂ ਨੇ ਪੁੱਛਿਆ ਸੀ ਸਤਿਗੁਰੂ ਕੇ ਜਨਮੇ ਗਗਨ ਮਿਟਾਇਆ, ਇਹ ਤੁਕ ਕੀ ਸਿੱਖ ਤੇ ਹੀ ਲਾਗੂ ਹੁੰਦੀ ਹੈ ਕਿ ਗੁਰੂ ਸਾਹਿਬਾਨ ਤੇ ਵੀ ਲਾਗੂ ਹੁੰਦੀ ਹੈ? ਸੋ ਮੈਂ ਕੋਸ਼ਿਸ਼ ਕਰਦਾ ਇਸ ਸੰਖੇਪ ਦੇ ਵਿੱਚ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰਪੁਰਬ ਦਾ ਵਿਸ਼ੇਸ਼ ਮਹੱਤਵ ਬਿਆਨ ਕਰਦੇ ਹੋਏ ਹਰ ਪ੍ਰਚਾਰਕ ਹਰ ਸਟੇਜ ਤੇ ਗੁਰਪੁਰਬ ਸਮੇਂ ਇਹ ਗੱਲ ਕਹਿੰਦਾ ਹੈ, ਕੁਰਬਾਨੀ ਤੇ ਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਸੋ ਇੱਥੋਂ ਪਤਾ ਲੱਗਦਾ ਹੈ ਕਿ ਗੁਰਪੁਰਬ ਮਨਾਉਣ ਦੀ ਜਿਹੜੀ ਪਰੰਪਰਾ ਹੈ ਉਹ ਲਗਭਗ ਗੁਰੂ ਸਾਹਿਬਾਨ ਦੇ ਸਮੇਂ ਤੋਂ ਪਹਿਲੇ ਪਾਤਸ਼ਾਹ ਦੇ ਗੁਰਪੁਰਬ ਮਨਾਉਣ ਦੀ ਪਰੰਪਰਾ ਲਗਭਗ ਸ਼ੁਰੂ ਹੋ ਚੁੱਕੀ ਸੀ। ਜਿੱਥੋਂ ਤੱਕ ਸੰਬੰਧ ਹੈ ਕਿ ਗੁਰੂ ਨਾਨਕ ਪਾਤਸ਼ਾਹ ਤਾਂ ਧੁਰ ਦਰਗਾਹ ਤੋਂ ਹੀ ਗੁਰਗੱਦੀ ਦੇ ਵਾਰਸ ਬਣ ਕੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤੇ ਬਚਪਨ ਤੋਂ ਹੀ ਉਹਨਾਂ ਨੇ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ ਸੀ, ਜਿਸ ਤਰ੍ਹਾਂ ਸਾਖੀਆਂ 'ਚ ਪ੍ਰਚਲਿਤ ਹੈ। ਬਾਕੀ ਦੂਜੇ ਤੀਜੇ ਤੇ ਚੌਥੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ 28 ਸਾਲ ਦੀ ਉਮਰ ਵਿੱਚ, ਧੰਨ ਗੁਰੂ ਅਮਰਦਾਸ ਜੀ 62 ਸਾਲ ਦੀ ਉਮਰ ਵਿੱਚ, ਤੇ ਚੌਥੇ ਪਾਤਸ਼ਾਹ 7 ਸਾਲ ਦੀ ਉਮਰ ਦੇ ਵਿੱਚ ਗੁਰੂ ਘਰ ਦੇ ਵਿੱਚ ਪ੍ਰਵੇਸ਼ ਕੀਤਾ, ਗੁਰਮਤ ਦੇ ਵਿੱਚ ਉਹਨਾਂ ਨੇ ਪ੍ਰਵੇਸ਼ ਕੀਤਾ। ਤੇ ਕੁਦਰਤੀ ਗੱਲ ਹੈ ਕਿ ਹਰ ਜਗਿਆਸੂ ਜੋ ਸੁਚੇਤ ਜਗਿਆਸੂ ਹੈ ਉਹਦੇ ਮਨ ਵਿੱਚ ਫੁਰਨਾ ਫੁਰਦਾ ਹੈ ਕਿ ਉਹਨਾਂ ਦਾ ਪਹਿਲਾ ਜਿਹੜਾ ਜੀਵਨ ਹੈ ਗੁਰਗੱਦੀ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ, ਸਿੱਖੀ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ, ਇਹ ਜਦੋਂ ਤੋਂ ਗੁਰੂ ਘਰ ਦੇ ਨਾਲ ਸੰਪਰਕ ਜੁੜਿਆ ਤੇ ਅਸੀਂ ਗੁਰਪੁਰਬ ਕਿਹੜੇ ਮਨਾਣੇ ਨੇ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰਮਤ ਮਾਰਤੰਡ ਦੇ ਪੰਨਾ 383 ਤੇ
ਲਿਖਿਆ ਹੈ ਕਿ ਸਤਿਗੁਰਾਂ ਨਾਲ ਸੰਬੰਧਿਤ ਉਤਸਵ ਨੂੰ ਪਰਬ ਜਾਂ ਪੁਰਬ ਕਿਹਾ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਨ, ਦੂਜੇ ਤੋਂ ਲੈ ਕੇ 9ਵੇਂ ਪਾਤਸ਼ਾਹ ਦੇ ਗੁਰਗੱਦੀ ਦਿਨ, 10ਵੇਂ ਪਾਤਸ਼ਾਹ ਦਾ ਵੀ ਉਹਨਾਂ ਨੇ ਪ੍ਰਕਾਸ਼ ਦਿਨ ਵਿੱਚ ਲਿਖ ਕੇ ਖਾਲਸੇ ਦਾ ਜਨਮ ਦਿਹਾੜਾ ਜਾਂ ਪ੍ਰਕਾਸ਼ ਦਿਹਾੜਾ ਕਹਿ ਲਈਏ ਕਿ ਕੁੱਲ 12 ਗੁਰਪੁਰਬ ਬਣਦੇ ਹਨ। ਜੋਤੀ ਜੋਤ ਸਮਾਨ ਜਾਂ ਸ਼ਹੀਦੀ ਦਿਨ ਨੂੰ ਭਾਈ ਸਾਹਿਬ ਕਹਿੰਦੇ ਨੇ ਕਿ ਪੁਰਬ ਨਹੀਂ, ਉਹਨਾਂ ਨੂੰ ਜੋਤੀ ਜੋਤ ਜਾਂ ਸ਼ਹੀਦੀ ਦਿਨ ਹੀ ਕਹਿਣਾ ਚਾਹੀਦਾ। ਪਰ ਕੁੱਲ ਮਿਲਾ ਕੇ ਜਦੋਂ ਅਸੀਂ 10 ਗੁਰੂ ਸਾਹਿਬਾਨ ਦੇ ਗੁਰਪੁਰਬ ਦੀ ਵਿਚਾਰ ਕਰਦੇ ਹਾਂ ਤਾਂ ਲਗਭਗ ਖਾਲਸਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਸੰਬੰਧਿਤ 3 ਦਿਹਾੜੇ ਇਹ ਮਿਲਾ ਕੇ 34 ਪੁਰਬ ਬਣ ਜਾਂਦੇ ਨੇ। ਇਸ ਲਈ ਅੱਜ ਦਾ ਜਿਹੜਾ ਸਾਡਾ ਸਵਾਲ ਹੈ ਕਿ ਸਾਨੂੰ ਕਿਹੜੇ ਕਿਹੜੇ ਗੁਰਪੁਰਬ ਮਨਾਉਣੇ ਚਾਹੀਦੇ, ਖਾਸ ਕਰਕੇ ਦੂਜੇ ਪਾਤਸ਼ਾਹ ਦੇ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਦੇ। ਤੇ ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਵੀ ਇਹ ਗੱਲ ਸਪਸ਼ਟ ਕੀਤੀ ਹੈ ਕਿ 3 ਗੁਰਪੁਰਬ ਆਮ ਤੌਰ ਤੇ ਮਨਾਏ ਜਾਂਦੇ ਨੇ, ਇੱਕ ਜਨਮ ਪੁਰਬ, ਦੂਜਾ ਗੁਰਗੱਦੀ ਪੁਰਬ ਤੇ ਤੀਜਾ ਜੋਤੀ ਜੋਤ ਸਮਾਨ ਦਾ ਪੁਰਬ। ਤੇ ਆਮ ਜਿਗਿਆਸੂ ਇਹ ਸਵਾਲ ਕਰ ਦਿੰਦੇ ਨੇ ਕਿ ਦੂਜੇ ਗੁਰੂ ਸਾਹਿਬਾਨ ਦੇ ਜਿਹੜੇ ਹੈ ਉਹ ਪੁਰਬ ਕਦੋਂ ਮਨਾਉਣੇ ਚਾਹੀਦੇ ਨੇ ਜਿਹੜੇ ਸਿੱਖੀ ਨਾਲ ਸੰਬੰਧਿਤ ਨੇ। ਸੋ ਇਸ ਸੰਬੰਧੀ ਇਹ ਵਿਚਾਰ ਵੀਰ ਜੀ ਨੇ ਦੇ ਦਿੱਤਾ ਹੈ ਕਿ ਪਹਿਲਾਂ ਤਾਂ ਸਾਨੂੰ ਪਹਿਲਾਂ ਹੀ ਗੁਰਪੁਰਬਾਂ ਦੇ ਚਿੱਤ ਚੇਤਾ ਨਹੀਂ ਹੁੰਦਾ। ਜੇ ਉਦਮ ਕੀਤਾ ਗਿਆ ਸੀ ਸਾਡਾ ਉਹ ਉਦਮ ਵੀ ਤਹਿਸ਼ ਨਹਿਸ਼ ਹੋ ਗਿਆ ਤੇ ਸਿੱਖਾਂ ਨੂੰ ਅਨਮਤੀਏ ਪੁਰਬ ਸਾਰੇ ਯਾਦ ਹੁੰਦੇ ਨੇ, ਆਪਣੇ ਗੁਰਪੁਰਬ ਨਹੀਂ। ਇਹ ਲਈ ਚੰਗੀ ਗੱਲ ਇਹੀ ਹੈ ਕਿ ਜਿੰਨਾ ਵੀ ਵੱਧ ਤੋਂ ਵੱਧ ਗੁਰੂ ਸਾਹਿਬਾਨ ਦੀ ਯਾਦ ਮਨਾਈ ਜਾਵੇ ਉਹ ਚੰਗੀ ਹੋਈ ਹੈ, ਪਰ ਮੁੱਖ ਤੌਰ ਤੇ ਬਾਕੀ ਗੁਰੂ ਸਾਹਿਬਾਨ ਦੇ ਗੁਰਗੱਦੀ ਦਿਵਸ ਹੀ ਸਾਨੂੰ ਮਨਾਉਣੇ ਚਾਹੀਦੇ ਨੇ, ਕਿਉਂਕਿ ਗੁਰੂ ਸਾਹਿਬਾਨ ਦੇ ਜਿਹੜੇ ਦੂਜੇ ਤੀਜੇ ਚੌਥੇ ਪਾਤਸ਼ਾਹ ਜਿਹੜੇ ਨੇ ਕੁਝ ਸਮੇਂ ਦੇ ਬਾਅਦ ਸੰਪਰਕ ਹੋਏ ਪਹਿਲੇ ਸਤਿਗੁਰੂ ਸਨ, ਜਿਨ੍ਹਾਂ ਬਾਰੇ ਭੱਟ ਸਾਹਿਬਾਨ ਨੇ ਗੁਰੂ ਅਰਜਨ ਦੇਵ ਜੀ ਬਾਰੇ ਲਿਖਿਆ ਸੀ, ਕਹਿੰਦਾ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਇਸੇ ਗੱਲ ਤੇ ਸਾਡਾ ਇਹ ਸ਼ੰਕਾ ਖੜਾ ਹੋ ਜਾਂਦਾ ਹੈ। ਸੋ ਜਨਮ ਦਿਨ ਦੀ ਥਾਂ ਮੈਂ ਪਹਿਲਾਂ ਵੀ ਇਹ ਬੇਨਤੀ ਕਰਦਾ ਹੁੰਦਾ ਸਿੱਖ ਸੰਗਤਾਂ ਨੂੰ ਕਿ ਜਦੋਂ ਸਿੱਖੀ ਵਿੱਚ ਪ੍ਰਵੇਸ਼ ਕਰਦਾ ਹੈ ਨਾ, ਦਰਅਸਲ ਉਦੋਂ ਹੀ ਸਿੱਖ ਦਾ ਅਸਲੀ ਜਨਮ ਹੁੰਦਾ ਹੈ, ਕਿਉਂਕਿ 2 ਕਿਸਮ ਦੀ ਮੌਤ ਆਮ ਤੌਰ ਤੇ ਪ੍ਰਚਲਿਤ ਹੈ। ਸਿੱਖ ਦੀ ਇੱਕ ਮੌਤ ਹੈ ਸਰੀਰਕ ਖਾਤਮਾ, ਤੇ ਦੂਜੀ ਮੌਤ ਉਹ ਹੈ ਜਦੋਂ ਸਿੱਖ ਪਰਮਾਤਮਾ ਨੂੰ ਭੁੱਲ ਕੇ ਦੁਨਿਆਵੀ ਰਸਾਂ ਕਸਾਂ ਦੇ ਵਿੱਚ ਖਚਿਤ ਹੋ ਜਾਂਦਾ। ਕਸਮ ਵਿਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਜ਼ ਸੁਨਾਰ, ਜਾਂ ਆਖਾਂ ਜੀਵਾਂ ਵਿਸਰੇ ਮਰ ਜਾਉ, ਆਖਣ ਔਖਾ ਸੱਚਾ ਨਾਮ। ਇਸ ਸ਼ਬਦ ਦੇ ਵਿੱਚ ਸੱਚੇ ਪਾਤਸ਼ਾਹ ਨੇ ਦੱਸਿਆ ਹੈ ਕਿ ਸਾਡਾ ਜਨਮ ਜਿਹੜਾ ਹੈ ਉਹ ਅਸਲੀ ਜਨਮ ਉਦੋਂ ਹੁੰਦਾ ਹੈ ਜਦੋਂ ਅਸੀਂ ਸਤਿਗੁਰੂ ਦੇ ਚਰਨੀ ਲੱਗ ਜਾਂਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਆਪਣੀ ਬਾਣੀ ਦੇ ਵਿੱਚ ਕਿ ਸਿੱਖ ਨੇ ਪਹਿਲਾਂ ਜਨਮ ਜਿਹੜਾ ਹੈ ਉਹ ਤਾਂ ਮਾਤਾ ਤੋਂ ਮਿਲ ਗਿਆ, ਪਰ ਪਹਿਲਾਂ ਗੁਰਸਿੱਖ ਜਨਮ ਲੈ। ਉਸ ਜਨਮ ਨੂੰ ਸਫਲ ਕਰਨ ਲਈ ਪਹਿਲਾਂ ਗੁਰਸਿੱਖ ਜਨਮ ਲੈ, ਭੈ ਵਿੱਚ ਵਰਤੇ ਹੋਏ ਇਆਣਾ, ਗੁਰਸਿੱਖ ਲੈ ਗੁਰਸਿੱਖ ਹੋਏ, ਭਾਏ ਭਗਤ ਵਿੱਚ ਖਰਾ ਸਿਆਣਾ। ਜਦੋਂ ਸਿੱਖ ਦਾ ਜਨਮ ਸਤਿਗੁਰੂ ਦੇ ਘਰ ਵਿੱਚ ਹੋ ਜਾਂਦਾ ਹੈ, ਉਸ ਵੇਲੇ ਉਹਦਾ ਅਸਲੀ ਜਨਮ ਜਿਹੜਾ ਹੈ ਉਹ ਸਫਲ ਹੋਣ ਦੇ ਵੱਲ ਉਹ ਵਧਣਾ ਸ਼ੁਰੂ ਕਰ ਦਿੰਦਾ ਹੈ। ਇਸ ਲਈ ਗੁਰੂ ਸਾਹਿਬਾਨ ਦਾ ਦੂਜੇ ਤੀਜੇ ਤੇ ਚੌਥੇ, ਖਾਸ ਕਰਕੇ 3 ਗੁਰੂ ਸਾਹਿਬਾਨ ਦਾ ਸਾਡਾ ਸੰਬੰਧ ਉਦੋਂ ਹੁੰਦਾ ਹੈ ਜਦੋਂ ਸਿੱਖੀ ਦੇ ਵਿੱਚ ਪ੍ਰਵੇਸ਼ ਕਰਦੇ ਨੇ। ਤੇ ਆਮ ਤੌਰ ਤੇ ਜਦੋਂ ਸਿੱਖ ਆਪਣੇ ਜਨਮ ਦਿਨ ਮਨਾਉਂਦੇ, ਬੱਚਿਆਂ ਦੇ ਜਨਮ ਦਿਨ ਮਨਾਉਂਦੇ ਆ, ਉਹਨਾਂ ਨੂੰ ਮੈਂ ਸਲਾਹ ਦਿੰਦਾ ਹੁੰਦਾ ਵੀ ਇਹ ਜਨਮ ਮਨਾਉਣ ਦੀ ਬਜਾਏ ਸਾਨੂੰ ਜਿਸ ਦਿਨ ਅੰਮ੍ਰਿਤ ਛਕਿਆ ਆਪ ਮਾਪਿਆਂ ਨੇ ਤੇ ਬੱਚਿਆਂ ਨੂੰ ਛਕਾਇਆ ਗਿਆ, ਜਾਂ ਬੱਚਿਆਂ ਨੂੰ ਛਕਾਉਣ ਦੇ ਲਈ ਪ੍ਰੇਰਿਤ ਕਰਨ ਵਾਸਤੇ ਸਾਨੂੰ ਅੰਮ੍ਰਿਤ ਛਕਣ ਵਾਲੇ ਦਿਨ ਨੂੰ ਆਪਣਾ ਜਨਮ ਦਿਨ ਸਮਝਣਾ ਚਾਹੀਦਾ। ਸੋ ਪਹਿਲੇ ਨੰਬਰ ਤੇ ਤਾਂ ਲੋੜ ਹੈ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਉਹਨਾਂ ਦੇ ਜੇ ਜਨਮ ਦਿਨ ਚੱਲ ਰਹੇ ਨੇ ਤਾਂ ਚੰਗੀ ਗੱਲ ਹੈ, ਪਰ ਜ਼ਿਆਦਾ ਜ਼ੋਰ ਜਿਹੜਾ ਹੈ ਉਸ ਦਿਨ ਤੇ ਦਿੱਤਾ ਜਾਵੇ ਜਦੋਂ ਉਹਨਾਂ ਦਾ ਸੰਬੰਧ ਗੁਰੂ ਘਰ ਦੇ ਨਾਲ ਜੁੜਿਆ, ਔਰ ਗੁਰੂ ਘਰ ਦੇ ਨਾਲ ਜੁੜ ਕੇ ਫਿਰ ਉਹ ਗੁਰੂ ਦੀ ਪਦਵੀ ਤੱਕ ਵੀ ਪਹੁੰਚ ਗਏ। ਨਹੀਂ ਤਾਂ ਪਹਿਲਾਂ ਆਮ ਜਗਿਆਸੂ ਸੀ ਦੂਜੇ ਧਰਮਾਂ ਕਰਮਾਂ ਦੇ ਮੁਤਾਬਕ। ਸੋ ਜੇ ਜਨਮ ਦਿਨ ਕਿਤੇ ਮਨਾਇਆ ਜਾ ਰਿਹਾ ਹੈ ਤੇ ਉਹਦਾ ਵਿਰੋਧ ਨਾ ਕਰੀਏ, ਸਗੋਂ ਇਹ ਰੱਖੀਏ ਕਿ ਗੁਰਗੱਦੀ ਦਿਵਸ ਤੇ ਉਹਨਾਂ ਦੇ ਜੀਵਨ ਦੇ ਬਾਕੀ ਜਿਹੜੇ ਕਾਰਨਾਮੇ ਮਨੁੱਖਤਾ ਨੂੰ ਕੀ ਦੇਣ ਦਿੱਤੀ, ਉਹ ਸੰਬੰਧਿਤ ਦਿਹਾੜੇ ਅਸੀਂ ਸੱਜ ਧੱਜ ਦੇ ਨਾਲ ਮਨਾਈਏ। ਤੇ ਸਿੱਖਾਂ ਨੂੰ ਵੀ ਆਪਣੇ ਜਨਮ ਦਿਨ ਦੀ ਬਜਾਏ ਮੇਰੀ ਇਹੀ ਬੇਨਤੀ ਹੈ ਕਿ ਜਿਸ ਦਿਨ ਅੰਮ੍ਰਿਤ ਛਕਿਆ, ਜੇ ਜਨਮ ਦਿਨ ਨਹੀਂ ਮਨਾਣੇ, ਇੱਕ ਹੋਰ ਸੁਝਾਅ ਦਿੱਤਾ ਜਾ ਸਕਦਾ ਵੀ ਉਹ ਡੇਟਾਂ ਲੱਭ ਲਈਆਂ ਜਾਣ ਜਦੋਂ ਇਹ ਗੁਰੂ ਸਾਹਿਬਾਨ ਸਿੱਖ ਧਰਮ ਦੇ ਨਾਲ ਰਿਲੇਟਿਵ ਹੋਏ, ਸਿੱਖ ਧਰਮ ਵਿੱਚ ਪ੍ਰਵੇਸ਼ ਕੀਤਾ। ਬਾਕੀ ਜਿੱਥੋਂ ਤੱਕ ਸੰਬੰਧ ਹੈ ਕਿ ਇਹ ਸਤਿਗੁਰੂ ਕੇ ਜਨਮੇ ਗਗਨ ਮਟਾਇਆ,
ਦੂਜਾ ਹਿੱਸਾ ਸੀ ਇਹਨਾਂ ਦੇ ਸਵਾਲ ਦਾ, ਮੈਂ ਉਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸਿੱਖਾਂ ਤੇ ਵੀ ਲਾਗੂ ਹੈ ਤੇ ਗੁਰੂ ਤੇ ਵੀ ਲਾਗੂ ਹੈ, ਕਿਉਂਕਿ ਗੁਰੂ ਨੇ ਪਹਿਲਾਂ ਆਪ ਉਸ ਮਾਰਗ ਤੇ ਚੱਲਣਾ ਹੈ, ਫਿਰ ਸਿੱਖ ਦੇ ਲਈ ਉਹਦਾ ਜੀਵਨ ਪ੍ਰੇਰਨਾ ਸਰੋਤ ਹੋ ਜਾਂਦਾ ਹੈ। ਵੈਸੇ ਵੀ ਸਭ ਤੋਂ ਵੱਡੀ ਪਦਵੀ ਗੁਰੂ ਦੀ ਹੈ, ਤੇ ਗੁਰੂ ਤੇ ਪਦਵੀ ਤੇ ਉਹੀ ਬਿਰਾਜਮਾਨ ਹੁੰਦਾ ਸੀ ਜਿਹੜਾ ਕਿਤੇ ਖਾਸ ਕਸਵੱਟੀ ਤੇ ਪੂਰਾ ਉਤਰਦਾ ਸੀ। ਜਿਵੇਂ ਭਾਈ ਲਹਿਣਾ ਜੀ ਬਾਰੇ ਲਿਖਤਾ, ਪਏ ਕਬੂਲ ਖਸਮਦਰ ਜਾਂ ਘਾਲ ਮਰਦੀ ਘਾਲੀ। ਤੇ ਜਦੋਂ ਭਾਈ ਗੁਰਦਾਸ ਜੀ ਦੀ 20ਵੀਂ ਵਾਰ ਦੀ ਪਹਿਲੀ ਪੌੜੀ ਪੜ੍ਹਦੇ ਹਾਂ, ਭਾਈ ਸਾਹਿਬ ਨੇ ਬਾਕੀ 6 ਗੁਰੂ ਸਾਹਿਬਾਨ ਦਾ, ਪਹਿਲੇ 6 ਗੁਰੂ ਸਾਹਿਬਾਨ ਦਾ ਜ਼ਿਕਰ ਕੀਤਾ ਹੈ, ਉਹਦੇ ਚ ਸਾਰਿਆਂ ਨੂੰ ਹੀ ਗੁਰਸਿੱਖ ਲਿਖਿਆ ਹੈ। ਜਿਵੇਂ ਭਾਈ ਸਾਹਿਬ ਦੀਆਂ ਉਹ ਤੁਕਾਂ ਕਿ ਸਤਿਗੁਰੂ ਨਾਨਕ ਦਿਓ ਆਪ ਉਪਾਇਆ, ਗੁਰ ਅੰਗਦ ਗੁਰਸਿੱਖ ਬਾਵਾਣੇ ਆਇਆ, ਗੁਰਸਿੱਖ ਹੈ ਗੁਰ ਅਮਰ ਸਤਿਗੁਰ ਪਾਇਆ, ਰਾਮਦਾਸ ਗੁਰਸਿੱਖ ਗੁਰੂ ਸਦਵਾਇਆ, ਗੁਰੂ ਅਰਜਨ ਗੁਰਸਿੱਖ ਪ੍ਰਗਟੀ ਆਇਆ, ਗੁਰਸਿੱਖ ਹਰ ਗੋਬਿੰਦ ਨਾ ਲੁਕੇ ਲੁਕਾਇਆ। ਭਾਵ ਗੁਰੂ ਅੰਗਦ ਦੇਵ ਜੀ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ ਭਾਈ ਗੁਰਦਾਸ ਜੀ ਇਸੇ ਸਮੇਂ ਦੌਰਾਨ ਰਹੇ ਆ ਸੰਸਾਰ ਆਜ਼ਾਦੀ ਵਿੱਚ, ਤੇ ਉਹਨਾਂ ਨੇ ਜੋ ਦੇਖਿਆ, ਜਿਸ ਢੰਗ ਦੇ ਨਾਲ ਗੁਰੂ ਸਾਹਿਬਾਨ ਵਿਚਰਦੇ ਸੀ, ਉਹ ਗੁਰਸਿੱਖ ਦੇ ਤੌਰ ਤੇ ਵਿਚਰੇ, ਤੇ ਉਹ ਪਹਿਲਾਂ ਗੁਰਸਿੱਖ ਹੀ ਕਿਹਾ ਜਾਂਦਾ ਸੀ। ਇਹ ਵੱਖਰੀ ਗੱਲ ਹੈ, ਸਾਡੀਆਂ ਕੁਝ ਸ਼ਖਸੀਅਤਾਂ ਜਿਨ੍ਹਾਂ ਦਾ ਸਿੱਖੀ ਨਾਲ ਕੋਈ ਸੰਬੰਧ ਵੀ ਕਈ ਵਾਰ ਸਿਧਾਂਤਕ ਤੌਰ ਤੇ ਬੜੇ ਅਣਜਾਣ ਹੁੰਦੇ ਆ, ਅਸੀਂ ਉਹਨਾਂ ਨੂੰ ਉਹ ਰੁਤਬਾ ਦੇਣ ਲੱਗ ਪਏ, ਉਹਨਾਂ ਦੇ ਅੱਜ ਜਨਮ ਦਿਹਾੜੇ, ਉਹਨਾਂ ਦੀਆਂ ਬਰਸੀਆਂ ਮਨਾ ਰਹੇ ਹਾਂ, ਤੇ ਉਹਨਾਂ ਦੀਆਂ ਸਾਰੀਆਂ ਗੱਲਾਂ ਸਾਨੂੰ ਯਾਦ ਨੇ। ਪਰ ਸਤਿਗੁਰ ਕੇ ਜਨਮੇ ਗਵਰਨਮੈਂਟ ਆਇਆ ਗੁਰੂ ਤੇ ਵੀ ਲਾਗੂ ਹੈ ਤੇ ਗੁਰਸਿੱਖ ਤੇ ਵੀ ਲਾਗੂ ਹੈ। ਇਸ ਲਈ ਸਤਿਗੁਰ ਕੇ ਘਰ ਵਿੱਚ ਜਨਮ ਲੈਣ ਦੇ ਲਈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਣਾ। ਇੱਕ ਸਾਡੇ ਕੋਲ ਬਹੁਤ ਵੱਡੀ ਮਿਸਾਲ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 30 ਮਾਰਚ ਸਾਲ 1699 ਨੂੰ ਆਪ ਅੰਮ੍ਰਿਤ ਦੀ ਦਾਤ ਗੁਰਸਿੱਖਾਂ ਨੂੰ ਦਿੱਤੀ, ਤੇ ਮੁੜ ਕੇ ਆਪ ਅੰਮ੍ਰਿਤ ਛਕਣ ਦੇ ਲਈ ਗੋਡਣੇ ਟੇਕ ਦਿੱਤੇ। ਸਤਿਗੁਰੂ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮੈਨੂੰ ਵੀ ਅੰਮ੍ਰਿਤ ਦੀ ਦਾਤ ਬਖਸ਼ੋ, ਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣ ਗਏ। ਇਸੇ ਤਰ੍ਹਾਂ ਉਹਨਾਂ ਦਾ ਸਾਰਾ ਪਰਿਵਾਰ ਅੰਮ੍ਰਿਤਧਾਰੀ ਹੋਇਆ। ਇਸ ਲਈ ਇਹ ਘਟਨਾ ਦੱਸਦੀ ਹੈ ਕਿ ਸਤਿਗੁਰੂ ਕੇ ਜਨਮੇ ਗਵਨ ਮਟਾਇਆ, ਮੰਨੇ ਤਰ੍ਹਾਂ ਤਾਰੇ ਗੁਰਸਿੱਖ। ਜੇ ਗੁਰੂ ਸਿੱਖ, ਗੁਰੂ ਤੇ ਸਿੱਖ ਵੱਖਰਾ ਵੱਖਰਾ ਬੋਲ ਕੇ ਇਹਦੇ ਅਰਥ ਜਿਹੜੇ ਕੀਤੇ ਗਏ ਨੇ, ਭਾਵ ਗੁਰੂ ਵੀ ਆਪ ਵੀ ਤਰਦਾ ਹੈ ਤੇ ਸਿੱਖਾਂ ਨੂੰ ਵੀ ਤਾਰ ਲੈਂਦਾ ਹੈ। ਬਾਣੀ ਦਾ ਵੀ ਪ੍ਰਮਾਣ ਹੈ ਕਿ ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ, ਰਾਮ ਨਾਮ ਮਤ ਹਿਰਦੇ ਦੇਵੇ, ਨਾਨਕ ਮਿਲਨ ਸੁਭਾਏ। ਇਸ ਲਈ ਬਾਕੀ ਗੁਰੂ ਸਾਹਿਬਾਨ ਦੇ ਗੁਰਗੱਦੀ ਦਿਵਸ ਉੱਤੇ ਜ਼ੋਰ ਦਿੱਤਾ ਜਾਵੇ ਪੂਰੀ ਤਰ੍ਹਾਂ। ਵੈਸੇ ਜੇ ਜਨਮ ਦਿਨ ਮਨਾਇਆ ਜਾ ਰਿਹਾ ਤਾਂ ਚੰਗੀ ਗੱਲ, ਉਹਨਾਂ ਦੇ ਉਸਤਾਦਾਂ ਦੇ ਮਨਾਏ ਜਾਂਦੇ ਆ, ਪਰ ਜ਼ਿਆਦਾ ਜ਼ੋਰ ਗੁਰਗੱਦੀ ਦਿਵਸ ਤੇ ਦਿੱਤਾ ਜਾਵੇ। ਬਾਕੀ ਅੰਮ੍ਰਿਤਧਾਰੀ ਹੋਣਾ, ਗੁਰੂ ਵਾਲੇ ਬਣਨਾ, ਇਹ ਗੁਰੂ ਲਈ ਵੀ ਜ਼ਰੂਰੀ ਸੀ, ਜਿਹੜੇ ਗੁਰਗੱਦੀ ਦੀ ਸੇਵਾ ਨਿਭਾਈ, ਤੇ ਸਾਡੇ ਲਈ ਵੀ ਜ਼ਰੂਰੀ ਹੈ। ਮੈਂ ਸਮਝਦਾ ਹਾਂ ਕਿ ਇਹ ਗੱਲ ਸਪਸ਼ਟ ਹੋ ਗਈ ਹੋਵੇਗੀ। ਜੇ ਕੋਈ ਘਾਟ ਰਹਿ ਗਈ ਤਾਂ ਵੱਡੇ ਵੱਡੇ ਵਿਦਵਾਨ ਬੈਠੇ ਹੋਏ ਹੋ, ਇਹਦੇ 'ਚ ਸੋਧ ਕਰਦੇ ਨਹੀਂ ਤਾਂ ਕਿ ਸਾਨੂੰ ਵੀ ਸੇਧ ਮਿਲ ਸਕੇ। ਮੈਂ ਸਮਝਾ ਮੇਰੀ ਗੱਲ ਇੱਥੇ ਪੂਰੀ ਹੋ ਗਈ ਹੈ। ਫਿਰ ਕੋਈ ਸਵਾਲ ਹੋਇਆ ਤਾਂ ਮੈਂ ਅੱਗੇ ਹਾਜ਼ਰ ਹੋਵਾਂਗੇ। ਭੁੱਲ ਗਲਤੀ ਲੈ ਕੇ ਮਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਅੱਛੇ ਢੰਗ ਨਾਲ ਪ੍ਰਿੰਸੀਪਲ ਸਾਹਿਬ ਜੀ ਨੇ ਇਸ ਸਵਾਲ ਦਾ ਉੱਤਰ ਦਿੱਤਾ, ਔਰ ਜਿਹੜੀ ਉਹਨਾਂ ਦੀ ਤਜਵੀਜ਼ ਹੈ ਕਿ ਜਿਸ ਦਿਨ ਅੰਮ੍ਰਿਤਪਾਨ ਕੀਤਾ ਅਸੀਂ ਉਸ ਨੂੰ ਆਪਣਾ ਜਿਹੜਾ ਜਨਮ ਦਿਨ ਹੈ ਉਹ ਮਨਾਈਏ, ਇਹ ਬੜੀ ਵਧੀਆ ਹੈ ਔਰ ਇਹਨੂੰ ਪ੍ਰਚਾਰਨਾ ਚਾਹੀਦਾ। ਕੱਲ ਜਿਸ ਵੇਲੇ ਆਪਾਂ ਡਿਸਕਸ ਕਰ ਰਹੇ ਸਾਂ ਤੇ ਇਹਨਾਂ ਨੇ ਗੱਲ ਦੱਸੀ ਤੇ ਬਹੁਤ ਅੱਛੀ ਲੱਗੀ ਮਨ ਨੂੰ। ਇਹ ਜ਼ਰੂਰ ਪ੍ਰਚਾਰਨੀ ਚਾਹੀਦੀ ਹੈ ਤਾਂ ਜੇ ਅੰਮ੍ਰਿਤ ਦੀ ਮਹੱਤਤਾ ਵੀ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਪਤਾ ਲੱਗੇ। ਜਿਸ ਵੇਲੇ ਅਸੀਂ ਆਪਣਾ ਜਨਮ ਦਿਨ ਜਿਹੜਾ ਆਪਣਾ ਟ੍ਰੈਡੀਸ਼ਨਲ ਮਨਾਉਣੇ ਆ ਉਹ ਛੱਡ ਕੇ ਇਹ ਅਗਰ ਸ਼ੁਰੂ ਕਰ ਦਿਆਂਗੇ ਤੇ ਬੱਚੇ ਪੁੱਛਣਗੇ ਵੀ ਇਹ ਕੀ ਗੱਲ ਹੈ, ਤੇ ਆਪਣੇ ਆਪ ਸਾਡੇ ਆਲੇ ਦੁਆਲੇ ਆਉਣ ਵਾਲੀ ਜਨਰੇਸ਼ਨ ਖਾਸ ਕਰਕੇ ਜਿਹੜੀ ਹੈ ਉਹਨਾਂ ਦਾ ਜ਼ਿਆਦਾ ਫਿਕਰ ਹੈ। ਉਹਨਾਂ ਨੂੰ ਇਹਨਾਂ ਗੱਲਾਂ ਦਾ ਪਤਾ ਲੱਗੇ ਕਿ ਵਾਕਈ ਅੰਮ੍ਰਿਤ ਦੀ ਕਿਤਨੀ ਇੰਪੋਰਟੈਂਸ ਹੈ। ਕਿਉਂਕਿ ਖਿਮਾ ਕਰਨਾ ਕਿ ਹੁਣ ਦੇ ਜਿਹੜਾ ਸਮਾਂ ਚੱਲ ਰਿਹਾ, ਜਿਹੜੀ ਆਉਣ ਵਾਲੀ ਪੀੜ੍ਹੀਆਂ ਨੇ ਉਹਨਾਂ 'ਚ ਤੁਸੀਂ ਦੇਖੋ ਕਿ ਅੰਮ੍ਰਿਤਪਾਨ ਕਰਨ ਦੀ ਜਿਹੜੀ ਗਿਣਤੀ ਹੈ ਉਹ ਘਟ ਰਹੀ ਹੈ, ਵੱਧ ਨਹੀਂ ਰਹੀ। ਸਾਨੂੰ ਇਸ ਬਾਰੇ ਬੜੇ ਚਿੰਤਤ ਹੋਣਾ ਚਾਹੀਦਾ, ਉਪਰਾਲੇ ਕਰਨੇ ਚਾਹੀਦੇ ਨੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ।